ਬੱਚਿਓ ਅੱਜ ਦੀ ਲਾਈਵ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਜਦੋਂ ਬੱਚੇ ਜੁਆਇਨ ਕਰਦੇ ਤਾਂ ਅਸੀਂ ਆਪਣਾ ਜਿਹੜਾ ਹੈ ਅੱਜ ਦਾ ਜਿਹੜਾ ਕੰਮ ਹੈ ਉਹ ਜਿਹੜਾ ਸ਼ੁਰੂ ਕਰਾਂਗੇ। ਅੱਛਾ ਹੁਣ ਧਿਆਨ ਨਾਲ ਸੁਣ, ਇਹਨੂੰ ਲਿਖ ਲਾ ਕਿਤੇ, ਠੀਕ ਹੈ ਨਾ। हाँ जी जी ਧਿਆਨ सर। ਧਿਆਨ ਨਾਲ ਸੁਣ। ਹੁਣ ਜਿੱਦਾਂ ਭਾਰਤ ਦੇ ਵਿੱਚ ਸੰਸਦੀय ਪ੍ਰਣਾਲੀ ਹੈ, ਜਿੱਥੇ ਸੰਸਦੀय ਪ੍ਰਣਾਲੀ ਹੋਊਗੀ ਉੱਥੇ ਕੈਬਨਿਟ ਵਿਵਸਥਾ ਵੀ ਹੋਊਗੀ। ਕਈ ਵਾਰੀ ਸੰਸਦੀय ਪ੍ਰਣਾਲੀ ਨੂੰ ਹੀ ਅਸੀਂ ਕੈਬਨਿਟ ਵਿਵਸਥਾ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਭਾਰਤ ਦੇ ਵਿੱਚ ਕੀ ਵਿਵਸਥਾ ਹੈ? ਭਾਰਤ ਦੇ ਵਿੱਚ ਕੀ ਵਿਵਸਥਾ ਹੈ? ਭਾਰਤ ਦੇ ਵਿੱਚ ਜਿਹੜੀ ਹੈ ਕੈਬਨਿਟ ਵੀ ਹੈ ਔਰ ਪ੍ਰਧਾਨ ਮੰਤਰੀ ਵੀ ਹੈ। ਹੁਣ ਕੈਬਨਿਟ ਕੀ ਕੰਮ ਕਰਦੀ ਹੈ? ਕੈਬਨਿਟ ਜਿਹੜਾ ਹੈ ਪ੍ਰਧਾਨ ਮੰਤਰੀ ਨੂੰ ਸਲਾਹ ਦੇਣ ਦਾ ਕੰਮ ਕਰਦੀ ਹੈ। ਜਾਂ ਜਿਹੜਾ ਪ੍ਰਧਾਨ ਮੰਤਰੀ ਉਹ ਕੈਬਨਿਟ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਸਾਰਾ ਕੰਮ ਆਪ ਤਾਂ ਥੋੜਾ ਕਰਨਾ ਹੈਗਾ। ਹੁਣ ਵੱਖ-ਵੱਖ ਜਿਹੜੇ ਵਿਭਾਗ ਹੈ, ਜਿਹੜੇ ਵੱਖ-ਵੱਖ ਵਿਭਾਗ ਹੈ, ਸਰਕਾਰ 'ਚ ਵੱਖ-ਵੱਖ ਵਿਭਾਗ ਹੁੰਦੇ ਆ। ਉਹਨਾਂ ਨੇ ਵੱਖ-ਵੱਖ ਵਿਭਾਗਾਂ ਨੇ ਨੂੰ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੇ ਵੱਖ-ਵੱਖ ਜਿਹੜੇ ਹੈ ਸੀਨੀਅਰ ਜਿਹੜੇ ਮੈਂਬਰ ਹੁੰਦੇ ਪਾਰਟੀ ਦੇ ਉਹਨਾਂ ਨੂੰ ਦਿੱਤਾ ਹੁੰਦਾ। ਜਿੱਦਾਂ ਅਗਰ ਹੁਣ ਭਾਰਤ ਦੇ ਵਿੱਚ ਮੋਦੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਬੀਜੇਪੀ ਦਾ ਜਿਹੜਾ ਹੈ ਕੈਬਨਿਟ ਹੈਗਾ ਤੇ ਬੀਜੇਪੀ ਦੇ ਜਿਹੜੇ ਸੀਨੀਅਰ ਮੈਂਬਰਸ ਹੈਗੇ ਪਾਰਟੀ ਦੇ ਸਾਰਿਆਂ ਕੋਲ ਇੰਪੋਰਟੈਂਟ ਪੋਰਟਫੋਲੀਓਜ਼ ਹੈਗੇ। ਹੁਣ ਕੈਬਨਿਟ ਦਾ ਪ੍ਰਮੁੱਖ ਕੰਮ ਕੀ ਹੁੰਦਾ ਹੈ? ਨੀਤੀ ਨਿਰਮਾਣ ਕਰਨਾ, ਨੀਤੀਆਂ ਬਣਾਉਣਾ, ਪਾਲਿਸੀ ਜਿਹੜੀ ਬਣਦੀ ਕਿਸੇ ਵੀ ਦੇਸ਼ ਦੀ। ਸੋ ਜਦੋਂ ਇੰਗਲੈਂਡ ਤੇ ਭਾਰਤ ਦੀ ਗੱਲ ਹੋਊਗੀ ਤੇ ਦੋਨਾਂ ਦੇ ਵਿੱਚ ਸੇਮ ਹੀ ਵਿਵਸਥਾ ਹੈ, ਕਿਉਂਕਿ ਭਾਰਤ ਨੇ ਜਿਹੜਾ ਹੈਗਾ ਇੰਗਲੈਂਡ ਤੋਂ ਲਿਆ ਸਾਰਾ ਕੁਝ, ਠੀਕ ਹੈ ਨਾ। ਭਾਰਤ ਨੇ ਜਿਹੜਾ ਹੈਗਾ ਇੰਗਲੈਂਡ ਤੋਂ ਜਿਹੜੀ ਹੈ ਵਿਵਸਥਾ ਲਈ ਹੈ, ਸੰਸਦੀय ਪ੍ਰਣਾਲੀ ਲਈ ਹੈ, ਕਿਉਂਕਿ ਭਾਰਤ ਵਿੱਚ ਜਿਹੜਾ ਹੈ ਬਹੁਤ ਸਾਲਾਂ ਤੱਕ ਜਿਹੜਾ ਹੈ ਅੰਗਰੇਜ਼ਾਂ ਨੇ ਰਾਜ ਕੀਤਾ। ਸੋ ਭਾਰਤ ਦੇ ਨੇਤਾਵਾਂ ਨੇ ਉਹੀ ਸਿਸਟਮ ਨੂੰ ਜਿਹੜਾ ਸੀਗਾ ਐਜ਼ ਇਟ ਇਜ਼ ਅਪਣਾ ਲਿਆ ਸੀ, ਕਿਉਂਕਿ ਉਸ ਸਿਸਟਮ ਨੂੰ ਅਪਣਾਉਣ ਦੇ ਵਿੱਚ ਫਾਇਦਾ ਇਹ ਸੀ ਕਿ ਭਾਰਤੀਆਂ ਨੂੰ ਉਸਨੂੰ ਚਲਾਉਣ ਦੇ ਬਾਰੇ ਜਿਹੜੀ ਸੀਗੀ ਨੌਲੇਜ ਸੀਗੀ। ਹੁਣ ਜੇ ਆਪਾਂ ਕੈਬਨਿਟ ਦੇ ਵਿਕਾਸ ਦੀ ਗੱਲ ਕਰੀਏ, ਇਹ 18ਵੀਂ ਸਦੀ ਦੇ, ਮੈਂ ਤੁਹਾਡੇ ਨਾਲ ਇੱਥੇ ਪੀਪੀਟੀ ਸ਼ੇਅਰ ਕੀਤੀ ਹੋਈ ਹੈ, ਉਹਦੇ ਵਿੱਚ ਲਿਖਿਆ 18th ਸੈਂਚੁਰੀ ਦੇ ਵਿੱਚ ਜਿਹੜਾ ਹੈ ਕੈਬਨਿਟ ਦੀ ਜਿਹੜੀ ਹੈ ਕੈਬਨਿਟ ਦਾ ਜਿਹੜਾ ਵਿਕਾਸ ਹੋਇਆ 18ਵੀਂ ਸਦੀ ਦੇ ਵਿੱਚ। ਹਨੂਵਰ ਡਾਇਨੈਸਟੀ ਦਾ ਰਾਜ ਸੀ। ਹਨੂਵਰ ਇਸ ਵੇਲੇ ਵੀ ਹਨੂਵਰ ਡਾਇਨੈਸਟੀ ਉੱਤੇ ਰਾਜ ਕਰ ਰਹੀ ਹੈ। ਜਿਹੜੀ ਪ੍ਰੈਜ਼ੈਂਟ ਜਿਹੜੀ ਉੱਥੇ ਰਾਣੀ ਹੈ ਉਹ ਵੀ ਹਨੂਵਰ ਡਾਇਨੈਸਟੀ ਦੀ ਹੈ। ਜਿੱਦਾਂ ਭਾਰਤ ਦੇ ਵਿੱਚ ਵੱਖ-ਵੱਖ ਕਾਲਾਂ ਦੇ ਵਿੱਚ ਵੱਖ-ਵੱਖ ਰਾਜਿਆਂ ਨੇ ਜਿਹੜਾ ਸੀਗਾ ਰਾਜ ਕੀਤਾ, ਤਾਂ ਉੱਥੇ ਵੀ ਜਿਹੜਾ ਹਨੂਵਰ ਜਿਹੜੇ ਕਿੰਗਸ ਹੈ ਉਹਨਾਂ ਦਾ ਜਿਹੜਾ ਰਾਜ ਹੈ। ਸੋ ਉਹ ਕੀ ਕਹਿੰਦਾ ਇੱਥੇ ਉਹਨਾਂ ਨੇ ਸਟੇਟਮੈਂਟ ਲਿਖੀ ਹੋਈ ਹੈ, ਵਿਦ ਦੀ ਵਾਈਡਨਿੰਗ ਆਫ ਦੀ ਫਰੈਂਚਾਈਜ਼ ਐਂਡ ਗਰੋਥ ਆਫ ਪਾਰਲੀਮੈਂਟ the cabinet broke free from the control of monarch in 19th century। ਹੁਣ ਇੰਗਲੈਂਡ ਦੇ ਵਿੱਚ ਕੀ ਸੀਗਾ? ਇੰਗਲੈਂਡ ਦੇ ਵਿੱਚ ਪਹਿਲਾਂ ਜਿਹੜਾ ਮੰਤਰੀ ਮੰਡਲ ਹੁੰਦਾ ਸੀ ਉਹ ਰਾਜੇ ਦਾ ਹੁੰਦਾ ਸੀ, ਕਿਉਂਕਿ ਰਾਜੇ ਦੀਆਂ ਜਿਹੜੀਆਂ ਸ਼ਕਤੀਆਂ ਸੀ ਅਸੀਮਿਤ ਸੀਗੀਆਂ, ਮਤਲਬ ਅਨਲਿਮਿਟਿਡ ਪਾਵਰ ਸੀਗੀਆਂ ਰਾਜੇ ਕੋਲ, ਲਿਮਿਟਿਡ ਪਾਵਰਸ ਨਹੀਂ ਸੀ। ਹੁਣ ਕੀ ਹੋਇਆ ਵਿਦ ਦਾ ਪੈਸੇਜ ਆਫ ਟਾਈਮ, ਜਿੱਦਾਂ ਜਿੱਦਾਂ ਰਾਜੇ ਦਾ ਜਿਹੜਾ ਕੰਟਰੋਲ ਹੈ ਉਹ ਐਡਮਿਨਿਸਟ੍ਰੇਸ਼ਨ ਵਿਵਸਥਾ ਤੋਂ ਘਟਿਆ, ਉਹਦਾ ਜਿਹੜਾ ਸੀਗਾ ਉਹਦਾ ਹੀ ਇੰਗਲੈਂਡ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਦੈ ਹੋਇਆ, ਔਰ ਉਹਦੇ ਨਾਲ ਨਾਲ ਜਿਹੜੀ ਕੈਬਨਿਟ ਵਿਵਸਥਾ ਸੀ ਉਹਦਾ ਵੀ ਉਦੈ। ਸਮਝ ਗਏ ਗੱਲ? ਜੋਤੀ ਸਮਝ ਗਏ ਗੱਲ? ਜੀ ਸਰ। हाँ जी। ਮੈਂ ਦੱਸ ਰਿਹਾ ਸੀਗਾ ਕਿ ਜਿੱਦਾਂ ਜਿੱਦਾਂ ਰਾਜੇ ਦਾ ਕੰਟਰੋਲ ਘਟਿਆ ਐਡਮਿਨਿਸਟ੍ਰੇਸ਼ਨ, ਉਹਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਜਨਮ ਹੋਇਆ, ਔਰ ਉਸੇ ਤਰ੍ਹਾਂ ਹੀ ਜਿਹੜਾ ਸੀ ਕੈਬਨਿਟ ਵਿਵਸਥਾ ਦਾ ਜਿਹੜਾ ਸੀ ਜਨਮ ਹੋਇਆ। ਹੁਣ ਕੀ ਵਿਵਸਥਾ ਹੈ ਉੱਥੇ, ਜਾਂ ਭਾਰਤ ਦੇ ਵਿੱਚ ਕੀ ਵਿਵਸਥਾ ਹੈ ਹੁਣ? ਕਿ ਜਿਹੜਾ ਰਾਸ਼ਟਰਪਤੀ ਹੈ ਭਾਰਤ ਦੇ ਵਿੱਚ ਉਹ ਮੰਤਰੀ ਮੰਡਲ ਦੀ ਸਲਾਹ ਤੋਂ ਬਿਨਾਂ ਕੋਈ ਜਿਹੜਾ ਕੰਮ ਨਹੀਂ ਕਰਦਾ, ਮੰਤਰੀ ਮੰਡਲ ਦੀ ਸਲਾਹ ਤੇ ਚੱਲਦਾ, ਠੀਕ ਹੈ ਜੀ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਜਿਹੜਾ ਰਾਜਾ ਹੈ ਜਾਂ ਰਾਣੀ ਹੈ ਉਹ ਮੰਤਰੀ ਮੰਡਲ ਦੀ ਸਲਾਹ ਦੇ ਨਾਲ ਚੱਲਦਾ, ਠੀਕ ਹੈ। ਸੋ ਇਹ ਜਿਹੜਾ ਪ੍ਰਮੁੱਖ ਚੀਜ਼ਾਂ ਹੈਗੀਆਂ। ਹੁਣ ਮੈਂ ਤੁਹਾਨੂੰ ਇਹ ਥੋੜਾ ਜਿਹਾ ਕੁਐਸਚਨ ਨਾ ਅੱਜ ਲਿਖਾਣਾ ਹੈ, ਤੇ ਇਹ ਤੁਸੀਂ ਜਿਹੜਾ ਹੈਗਾ ਮੈਂ ਹਿੰਦੀ ਦੇ ਵਿੱਚ ਹੀ ਬੋਲੂੰਗਾ ਤੁਹਾਨੂੰ, ਤੇ ਤੁਸੀਂ ਲਿਖੋ, ਕੁਐਸਚਨ ਲਿਖੋ
हाँ जी सर। इंग्लैंड में इंग्लैंड में कैबिनेट व्यवस्था कैबिनेट व्यवस्था के बारे में चर्चा करें। के बारे में चर्चा करें। के बारे में चर्चा करें। हाँ जी सर, लिख लिया सर। मैं एक मिनट शुरू करता हूँ। लिखो जी। इंग्लैंड इंग्लैंड ने संसदीय प्रणाली अपनाया है। इंग्लैंड ने संसदीय प्रणाली को अपनाया है, या इंग्लैंड में या इंग्लैंड में संसदीय प्रणाली का जन्म हुआ का जन्म हुआ जिसमें जिसमें राजा या रानी सर प्रणाली को अपनाया है आगे। जिसमें राजा या रानी जिसमें राजा रानी जिसमें राजा या रानी एक नामात्र कार्यपालिका नामात्र कार्यपालिका की भूमिका निभाते कार्यपालिका। की हाँ भूमि जी। की भूमिका निभाते हैं। हाँ जी की, सर। की भूमिका निभाते हैं। हाँ जी। और प्रधानमंत्री और उसका मंत्रिमंडल प्रधानमंत्री और उसका मंत्रिमंडल वास्तविक कार्यपालिका होती है। वास्तविक कार्यपालिका होती है। वास्तविक कार्यपालिका होती है। हाँ जी सर, लिख लिया सर। इंग्लैंड में इंग्लैंड में कैबिनेट व्यवस्था कैबिनेट व्यवस्था का जन्म हुआ का जन्म हुआ। हाँ जी सर। और जैसे जैसे और जैसे जैसे इंग्लैंड में राज्य की शक्तियां राज्य की शक्तियां राजा राजा राज्य की शक्तियां हाँ जी। हाँ कम। जी सर। हाँ, राज्य की शक्तियां कम हुई। कम हुई। हाँ जी सर। वैसे वैसे हाँ जी। कैबिनेट व्यवस्था वैसे हाँ वैसे कैबिनेट कैबिनेट व्यवस्था और प्रधानमंत्री और प्रधानमंत्री के ओहदे का जन्म हुआ। प्रधानमंत्री के ओहदे का जन्म हुआ। हाँ जी सर का जन्म हुआ। उन अगला पैराग्राफ चेंज कर लो। अगली हाँ लाइन। जी। संसदीय प्रणाली संसदीय प्रणाली ऐसी व्यवस्था होती है ऐसी व्यवस्था होती है जिसके अंतर्गत जिसके अंतर्गत कार्यपालिका जिसके अंतर्गत कार्यपालिका और कार्यपालिका और विधानपालिका का गहरा संबंध होता है। गहरा विधानपालिका। गहरा संबंध होता है। हाँ जी सर, लिख लिया होता है। हाँ, और ये एक दूसरे के प्रति और यह एक दूसरे के प्रति जिम्मेवार होते हैं या उत्तरदायी होते हैं। हाँ जी उत्तरदायी होते हैं होते हैं। होते हैं। हाँ जी सर, लिख लिया। ऐसी व्यवस्था को ऐसी व्यवस्था को संसदीय प्रणाली कहा जाता है। संसदीय प्रणाली कहा जाता है। संसदीय प्रणाली कहा जाता है। हाँ जी सर। और संसदीय प्रणाली का जन्म संसदीय प्रणाली का जन्म इंग्लैंड में हुआ था। इंग्लैंड में हुआ था। बाद में चल के
बाद में चल के दूसरे देशों ने इसे अपनाया। बाद में चल के दूसरे देशों ने इसे अपनाया। हाँ जी सर। हुण अगली लाइन लिखो, कैबिनेट हाँ जी सर। एवं कैबिनेट मंत्रिमंडल, कैबिनेट एवं मंत्रिमंडल एवं अंग्रेजी संवैधानिक ढांचे, मंत्रिमंडल अंग्रेजी संवैधानिक ढांचे का सबसे महत्वपूर्ण अंग है, सबसे महत्वपूर्ण अंग है, सबसे महत्वपूर्ण अंग है। हाँ जी सर, महत्वपूर्ण अंग है। हाँ, ये ब्रिटिश शासन प्रणाली का, ये है इसे काट दे लाइन, इसे ओके। इसे इसे ब्रिटिश शासन प्रणाली का हृदय कहा जाता है, हृदय कहा जाता है। ये देश की वास्तविक कार्यपालिका है, ये देश की वास्तविक कार्यपालिका है। ब्रिटेन में, ब्रिटेन में संसदीय शासन प्रणाली कार्यरत है, संसदीय शासन प्रणाली कार्यरत है। शासन प्रणाली ब्रिटेन में, मैं दोबारा बोलने लगा लाइन, ब्रिटेन जी में संसदीय शासन प्रणाली कार्यरत है, कार्यरत। कार्यरत। हाँ, ठीक है सर। इस शासन प्रणाली में इस शासन प्रणाली में कार्यपालिका को कार्यपालिका को दो महत्वपूर्ण भागों में दो महत्वपूर्ण भागों में बांटा गया है, बांटा गया है। बांटा गया है। नामात्र कार्यपालिका नामात्र कार्यपालिका और वास्तविक कार्यपालिका। वास्तविक कार्यपालिका। हाँ जी सर। इस संदर्भ में इस संदर्भ में संवैधानिक विशेषज्ञ, संवैधानिक विशेषज्ञ विशेषज्ञ डाइसी ने अपनी पुस्तक डाइसी ने अपनी पुस्तक द लॉ ऑफ कॉन्स्टिट्यूशन द लॉ कॉन्स्टिट्यूशन में लिखा है, में लिखा है, में लिखा है, यद्यपि यद्यपि राज्य का प्रत्येक कार्य क्राउन के नाम पर किया जाता है, क्राउन के नाम पे किया जाता है, परंतु इंग्लैंड में वास्तविक कार्यपालिका मंत्रिमंडल या कैबिनेट है। ठीक है। इस हाँ जी सर। संदर्भ में एक और विचारक, इस संदर्भ में एक अन्य विचारक या एक और विचारक सिडनी लो, सिडनी दे स्पेलिंग है SI सिडनी लॉ लो ने कहा ने कहा है। हाँ जी सर। कैबिनेट वह उत्तरदायी कार्यपालिका है, कार्यपालिका है जो प्रशासन और राष्ट्रीय कार्यों के सामान्य निर्देशन निर्देशक सर निर्देशन निर्देशन
निर्देशन पर पूर्ण नियंत्रण रखती है, पर पूर्ण नियंत्रण रखती है, हाँ जी सर। परंतु वह विशाल शक्ति, परंतु वह विशाल शक्ति का प्रयोग, का परंतु प्रयोग का प्रयोग प्रतिनिधि सदन प्रतिनिधि सदन से कठोर नियंत्रण से कठोर नियंत्रण में रहते हुए करती है, करती है। करती है। ठीक है जी। जी ਹੁਣ सर। लिखो, ਹੁਣ अगला हेडिंग जो हाँ जी कैबिनेट सर। व्यवस्था का अर्थ, क्या कैबिनेट व्यवस्था का अर्थ का अर्थ? हाँ जी सर। साधारण शब्दों में कैबिनेट, साधारण, हाँ हाँ, जी सर, साधारण शब्दों में कैबिनेट व्यवस्था कैबिनेट व्यवस्था इस तरह की व्यवस्था होती है इस तरह की व्यवस्था होती है होती है जिसके अंतर्गत हाँ जी सर, अंतर्गत दो तरह की दो तरह कार्यपालिका, दो की कार्यपालिका पाई जाती है, दो तरह की कार्यपालिका पाई जाती है। हाँ जी सर। और कैबिनेट, और और कैबिनेट ही देश में हाँ जी सर, देश में नीति निर्माण का कार्य करती है, नीति निर्माण का कार्य करती है, नीति निर्माण का कार्य कार्य करती है। करती है। ठीक है। हाँ जी और सर। और वह लोगों के प्रति, लोगों के प्रति और संसद के प्रति, और संसद के प्रति जिम्मेवार होती है, जिम्मेवार होती है, जिम्मेवार होती है। होती है। इसे कैबिनेट कहा जाता है। हाँ जी सर, लिख लिया सर। और अगला पैराग्राफ, पैराग्राफ चेंज कर ला। हाँ जी सर। विभिन्न विभिन्न विचारकों ने, विभिन्न विभिन्न विचारकों ने कैबिनेट के बारे में कैबिनेट के बारे में अपना अपने मत प्रकट किए हैं, अपने अपने मत प्रकट, प्रकट किए हैं। कुछ विचारकों के अनुसार कुछ विचारकों के अनुसार कैबिनेट कैबिनेट क्राउन के नाम पर, क्राउन के नाम पर प्रधानमंत्री द्वारा प्रधानमंत्री द्वारा चुने गए उन राजकीय सलाहकारों राज हाँ जी सर, सलाहकारों का समूह है, का समूह है, का समूह है जिसे कॉमन सदन में, तो जिसे कॉमन सदन में बहुमत का, कॉमन सदन में बहुमत का समर्थन प्राप्त होता है, का समर्थन समर्थन प्राप्त होता है, होता है। हाँ जी सर, होता है। ठीक है जी। हाँ और जी सर। ਅੱਗੇ ਅੱਗੇ ਹੁਣ ਇੱਕ ਦੋ ਤੁਸੀਂ ਡੈਫੀਨੇਸ਼ਨਾਂ ਲਿਖੋ। इसकी परिभाषाएं इस प्रकार है। की परिभाषाएं इस प्रकार है। ठीक है जी। ਹੁਣ ਲਿਖੋ जी जॉन मैरियट के शब्दों ਵਿੱਚ, ਤੇ जॉन मैरियट के शब्दों में, मैरियट, हाँ जी सर, शब्दों में कैबिनेट कामा
इन्वर्टेड कैबिनेट। कॉमा स्टार्ट। हाँ जी सर। वह धुरी है, सर वह। धुरी धुरी, हाँ जी वह दूरी। धा को हाँ ऊ जी। की मात्रा, धा को हाँ ऊ जी की सर वह मात्रा, दूरी है। हाँ, और रा को बड़ी ई की मात्रा, जी दूरी सर। है जिसके चारों ओर जिसके चारों ओर समस्त समस्त राजनीतिक मशीनरी, सर राजनीति। राजनीतिक मशीनरी घूमती है, मशीन। हाँ जी राजनीतिक मशीनरी घूमती है, घूमती, घूमती है। जी सर। ਰਾਜਨੀਤਿਕ ਮਸ਼ੀਨਰੀ ਘੁੰਮਦੀ ਹੈ। ਹੁਣ ਇਹਦੇ ਵਿੱਚ ਇਹ ਤੁਹਾਨੂੰ ਇੰਗਲਿਸ਼ 'ਚ ਵੀ ਲਿਖਾਵਾਂ ਪਰਿਭਾਸ਼ਾ ਕੀ ਹਿੰਦੀ 'ਚ ਹੀ ਰਹਿਣ ਦਾ? ਸਰ ਕੋਈ ਨਹੀਂ, ਤੁਸੀਂ ਰਹਿਣ ਦਿਓ, ਹਿੰਦੀ ਵਿੱਚ ਹੀ ਲਿਖਣਾ, ਪੇਪਰ ਵਿੱਚ ਅਸੀਂ ਹਿੰਦੀ 'ਚ ਲਿਖਣਾ ਹੈ। ਇਹ ਪਰ ਪਰਿਭਾਸ਼ਾ ਇੰਗਲਿਸ਼ 'ਚ ਦਿਆ ਕਰੋ, ਜ਼ਿਆਦਾ ਬੈਟਰ ਹੈ। ਠੀਕ ਫਿਰ ਪੇਪਰ 'ਚ ਵੀ। ਹਾਂ ਪੇਪਰ 'ਚ ਠੀਕ ਡੈਫੀਨੇਸ਼ਨ ਹੈ ਸਰ ਔਰ ਜਿਹੜੇ ਇੰਗਲਿਸ਼। ਹੈਡਿੰਗ ਹੈ ਨਾ ਉਹ ਇੰਗਲਿਸ਼ 'ਚ ਦਿਆ ਕਰੋ, ਬਾਕੀ ਹਿੰਦੀ 'ਚ ਲਿਖ ਦਿਆ ਕਰੋ। ਓਕੇ ਸਰ ਓਕੇ। ਫਿਰ ਮੈਂ ਤੁਹਾਨੂੰ ਇੰਗਲਿਸ਼ 'ਚ ਵੀ ਲਿਖਾ ਦਿੰਦਾ ਹੈ। ਹਿੰਦੀ ਸਰ ਲਿਖਾ ਦਿਓ। The pivot around cabinet is the pivot. The pivot। Pivot से spelling है PIVOT. Pivot around हाँ जी सर अराउंड which the whole political machinery revolves. The whole which the whole political machinery revolves. मशीनरी इन्वॉल्व। revolves ਘੁੰਮਦੀ ਹੈ। ਹਾਂਜੀ ਹਾਂਜੀ ਸਰ। ਧੂਰੀ ਕਿਹਾ ਨਾ, ਪਿਵਟ, ਧੂਰੀ ਨੂੰ ਆਪਾਂ ਪਿਵਟ ਕਰਨੇ ਇੰਗਲਿਸ਼, ਉਹਦੇ ਇਰਦ ਗਿਰਦ ਸਾਰੀ ਜਿਹੜਾ ਸਿਸਟਮ ਘੁੰਮਦਾ। ਜੀ ਇੱਕ ਹੋਰ ਪਰਿਭਾਸ਼ਾ ਲਿਖ ਲਓ, ਰੈਮਸੇ ਮਿਓਰ। ਇਹ ਰੈਮਸੇ ਮਿਓਰ ਜਿਹੜੇ ਸੀਗੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਹੇ ਕਿਸੇ ਵੇਲੇ। ठीक है सर। रैमसे म्योर के कथा अनुसार कथा अनुसार संक्षेप में हाँ, कैबिनेट राज्य रूपी कैबिनेट राज्य रूपी जहाज का परिचालक चक्र है, परिचालक चक्र है। परिचालक चक्र है। इन्हें इंग्लिश भी लिख लो हुन। हाँ सर। कैबिनेट, द कैबिनेट, कॉमा, द कैबिनेट, कॉमा, इन शॉर्ट, कॉमा, हाँ जी सर, इज द स्टीयरिंग व्हील भी, हाँ जी सर, ऑफ द शिप ऑफ द शिप ऑफ स्टेट, ऑफ स्टेट, ऑफ स्टेट। हाँ जी सर। ठीक है, एक डेफिनेशन और लिख लो। हाँ जी सर लिखाओ। जेनिंग्स के अनुसार, जेनिंग्स GENNINS GS जेनिंग्स के अनुसार, हाँ जी सर, कैबिनेट ब्रिटिश शासन को एकता प्रदान करती है, प्रदान करती है, हाँ जी सर। हाँ इंग्लिश लिख दो, कैबिनेट प्रोवाइड्स यूनिटी टू दी यूनिटी हाँ टू दी ब्रिटिश सिस्टम ऑफ गवर्नमेंट। ठीक है, ठीक है, चलो मैं आज का लेक्चर इत्थे खत्म करता हूँ, कल बाकी कल ਆਪਾਂ ਲਿਖਾਂਗੇ। ਤੇ ਜਿਹੜਾ ਅੱਜ ਵਾਲਾ ਲੈਕਚਰ ਮੈਂ ਤੁਹਾਨੂੰ ਪਾਇਆ ਵੀਡੀਓ ਲੈਕਚਰ ਸਵੇਰੇ, ਉਹ ਅਮਰੀਕਾ ਦਾ ਮੈਂ ਕਨਸਟੀਟਿਊਸ਼ਨ ਸ਼ੁਰੂ ਕਰਤਾ ਉਹਦੇ ਵਿੱਚ। ਠੀਕ ਹੈ ਸਰ। ਨਾਲੋਂ ਨਾਲ ਠੀਕ ਹੈ, ਉਹਦੇ ਵਿੱਚ ਮੈਂ ਇਤਿਹਾਸਿਕ ਪਰਿਪੇਖ ਦੱਸਿਆ ਸਾਰਾ ਅਮਰੀਕਾ ਦੇ ਕਨਸਟੀਟਿਊਸ਼ਨ ਦਾ। ਤੇ ਕੱਲ ਨੂੰ ਪਹਿਲਾ ਕੁਐਸਚਨ ਆਪਾਂ ਜਿਹੜਾ ਉਹਦਾ ਸ਼ੁਰੂ ਕਰਾਂਗੇ, ਉਹਦੀਆਂ ਵਿਸ਼ੇਸ਼ਤਾਵਾਂ ਕਰਨੀਆਂ ਅਮਰੀਕਾ ਦੇ ਕਨਸਟੀਟਿਊਸ਼ਨ। ਠੀਕ ਹੈ ਸਰ। ਤਾਂ ਇੱਕ ਤੁਸੀਂ ਕਿਤਾਬ ਲੈ ਲਈ ਹੈ ਕਿ ਨਹੀਂ ਹਲੇ ਲਈ? ਨਹੀਂ ਅਜੇ BA ਫਾਈਨਲ ਵਾਲੀ ਕਿਤਾਬ ਪਈ ਹੈ ਤੁਹਾਡੇ ਕੋਲ, ਬਡਿਆਲ ਵਾਲੀ ਜਿਹੜੀ? ਹਾਂ ਤਾਂ ਉਹਦੇ ਵਿੱਚੋਂ ਜਿਹੜਾ ਹੈ ਨਾ, ਇਹ ਹਾਂਜੀ ਹਾਂਜੀ ਸਰ, ਦੋਨਾਂ ਚੀਜ਼ਾਂ ਦਾ ਮੀਨਿੰਗ ਕਲੀਅਰ ਕਰਕੇ ਰੱਖੋ ਕਿ ਸੰਸਦੀय ਪ੍ਰਣਾਲੀ ਕੀ ਹੁੰਦੀ ਹੈ ਤੇ ਅਧਿਆਤਮਕ ਪ੍ਰਣਾਲੀ ਕੀ ਹੁੰਦੀ ਹੈ। ਠੀਕ ਹੈ, ਠੀਕ ਹੈ ਸਰ। ਮੈਂ ਅੱਜ ਦਾ ਲੈਕਚਰ ਖਤਮ ਕਰਦਾ, ਬਾਅਦ ਚ ਕੱਲ ਮੈਂ ਤੁਹਾਨੂੰ ਇਹ ਕੁਐਸਚਨ ਜਿਹੜਾ ਦਿਖਾਊਂਗਾ, ਕੱਲ ਇਹਦਾ ਵਿਕਾਸ ਲਿਖਾਊਂਗਾ ਮੈਂ ਤੁਹਾਨੂੰ।
ਠੀਕ ਆ। ਇੱਕ ਤੁਹਾਡੀ ਜੇ ਪੀਯੂ ਦੇ 3rd ਸਮੈਸਟਰ ਦੀ ਕਿਤਾਬ ਆਉਂਦੀ ਕੰਪੈਰੀਟਿਵ ਪੋਲੀਟੀਕਲ ਸਿਸਟਮਸ, ਇਹ ਹਿੰਦੀ ਦੇ ਵਿੱਚ ਵੀ ਅਵੇਲੇਬਲ ਹੈਗੀ ਹੈ, ਪ੍ਰੇਮ ਗੁਪਤਾ ਨੇ ਲਿਖੀ ਹੈ। ਠੀਕ ਹੈ ਜੀ, ਇਹਦੇ ਵਿੱਚ 5 ਜਿਹੜੇ ਸੰਵਿਧਾਨ ਤੁਹਾਡੇ ਦਿੱਤੇ ਹੋਏ ਆ। ਇਹ ਕਿਤਾਬ ਠੀਕ ਹੈਗੀ ਹੈ, ਤੁਸੀਂ ਲੈ ਸਕਦੇ ਹੋ, ਜਾਂ ਫਿਰ ਕਈ ਵਾਲੀ ਲੈ ਲਓ ਜਾਂ ਇਹ ਲੈ ਲਓ, ਦੋਨਾਂ ਚੋਂ ਕੋਈ ਲੈ ਲਓ। ਠੀਕ ਹੈ, ओके सर ओके ਦੋਨੋਂ ਕਿਤਾਬਾਂ ਹਿੰਦੀ ਦੇ ਵਿੱਚ ਅਵੇਲੇਬਲ ਹੈ, ਜਾਂ ਮੈਂ ਤੁਹਾਨੂੰ ਜਿਹੜੀਆਂ ਸਟੈਂਡਰਡ ਬੁੱਕਸ ਦੱਸੀਆਂ ओके सर ਲੈ ਲਓ। हाँ जी सर जी सर ਠੀਕ ਹੈ, ਚਲੋ ਮੈਂ ਅੱਜ ਦਾ ਲੈਕਚਰ ਆਪਣਾ ਖਤਮ ਕਰਦਾ, ਤੇ ਕੱਲ ਨੂੰ ਸੇਮ ਟਾਈਮ ਤੇ ਲੈਕਚਰ ਜੁਆਇਨ ਕਰਿਓ। ठीक है सर ठीक ਕਹਿ है ਕੇ ਦੇਖ ਲਿਓ, ਅਗਰ ਉਹਨਾਂ ਨੇ ਕਰਨਾ ਕਰ ਲੈਣ, ਨਹੀਂ ਤਾਂ ਮੈਂ ਵੀਡੀਓ ਵੀ ਵੈਸੇ ਮੈਨੂੰ ਇਹ ਵੀਡੀਓ ਉਹਨਾਂ ਨੂੰ ਪਾਣਾ ਨਹੀਂ ਚਾਹੀਦਾ ਜਿਹੜਾ ਮੈਂ ਲਿਖਾਇਆ, ਪਰ ਫਿਰ ਵੀ ਚਲੋ ਮੈਂ ਕਿਹਾ ਚਲੋ ਬੱਚੇ ਹੈਗੇ, ਕੀ ਨੁਕਸਾਨ। हाँ जी सर मैं इस क्लास में हाँ जी सर ਚਲੋ ਠੀਕ ਹੈ, ਅਗਰ ਡਿਸਟਰਬੈਂਸ ਬੜੀ, ਮੈਂ ਹੁਣ ਕਲਾਸ ਐਂਡ ਕਰਦਾ। ठीक है सर थैंक यू सर।